फ्रेंड्स, और वीडियोस के लिए हमारे इस चैनल को सब्सक्राइब करें और बेल आइकन को भी जरूर दबाएं। ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ। ਫਰੈਂਡਸ, ਅੱਜ ਦੀ ਵੀਡੀਓ ਵਿੱਚ ਅਸੀਂ 6th ਦੇ ਇੰਪੋਰਟੈਂਟ ਕੁਐਸਚਨਸ ਕਰਨ ਵਾਲੇ ਹਾਂ ਜੀ, ਜਿਹੜੇ ਕਿ ਪੋਲੀਟੀਕਲ ਪਾਰਟੀਜ਼ ਨਾਲ ਰਿਲੇਟਡ ਹੋਣਗੇ ਅਤੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜੀ, ਪੁੱਛੇ ਜਾ ਸਕਦੇ ਨੇ SST ਮਾਸਟਰ ਕਟ ਐਗਜ਼ਾਮ ਵਿੱਚ, ਅਤੇ ਤੁਸੀਂ ਇਹਨੂੰ ਜ਼ਰੂਰ ਕਰ ਲਿਓ, ਠੀਕ ਹੈ ਜੀ। ਅਤੇ ਅੱਜ ਦੀ ਵੀਡੀਓ ਮੈਂ ਇੰਗਲਿਸ਼ ਮੀਡੀਅਮ ਵਿੱਚ ਬਣਾਈ ਹੈ। ਅਗਰ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਏਗੀ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਠੀਕ ਹੈ ਜੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਪਹਿਲਾ ਕੁਐਸਚਨ ਹੈ, ਹਾਊ ਮੈਨੀ ਨੈਸ਼ਨਲ ਪਾਰਟੀਜ਼ ਆਰ ਦੇਅਰ ਇਨ ਇੰਡੀਆ। ਇੰਡੀਆ ਦੇ ਵਿੱਚ ਯਾਨੀ ਭਾਰਤ ਦੇ ਵਿੱਚ ਜਿੰਨੀਆਂ ਵੀ ਨੈਸ਼ਨਲ ਪਾਰਟੀਜ਼ ਨੇ, ਰਾਸ਼ਟਰੀ ਪਾਰਟੀ ਨੇ ਜੀ, ਉਹ ਕਿੰਨੀਆਂ ਨੇ? ਤਾਂ A ਆਪਸ਼ਨ ਹੈ ਜੀ 4, B ਆਪਸ਼ਨ ਹੈ 6, C ਆਪਸ਼ਨ ਹੈ 8, D ਆਪਸ਼ਨ ਹੈ 10। ਤਾਂ ਕਿੰਨੀਆਂ ਪਾਰਟੀਜ਼ ਨੇ ਜੀ ਨੈਸ਼ਨਲ ਪਾਰਟੀਜ਼ ਇੰਡੀਆ ਵਿੱਚ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ, ਹੋਵੇਗਾ C ਆਪਸ਼ਨ, ਠੀਕ ਹੈ ਜੀ। 8 ਪਾਰਟੀਜ਼ ਨੇ ਇੰਡੀਆ ਦੇ ਵਿੱਚ ਨੈਸ਼ਨਲ ਪਾਰਟੀਜ਼। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦੀਜ਼ ਇਜ਼ ਦਾ ਮੇਨ ਕੰਪੋਨੈਂਟ ਆਫ ਪੋਲੀਟੀਕਲ ਪਾਰਟੀ। ਇਹਨਾਂ ਵਿੱਚੋਂ ਜਿਹੜਾ ਪੋਲੀਟੀਕਲ ਪਾਰਟੀ ਦਾ ਜਿਹੜਾ ਮੇਨ ਕੰਪੋਨੈਂਟ ਹੈ ਜੀ, ਉਹ ਕਿਹੜਾ ਹੈ, ਠੀਕ ਹੈ ਜੀ, ਮਤਲਬ ਕਿਹੜਾ ਹਿੱਸਾ ਹੈ ਪੋਲੀਟੀਕਲ ਪਾਰਟੀ ਦਾ ਇਹਨਾਂ ਵਿੱਚੋਂ? ਤਾਂ A ਆਪਸ਼ਨ ਹੈ ਜੀ ਲੀਡਰਸ, B ਆਪਸ਼ਨ ਹੈ ਫੋਲੋਵਰਸ, C ਆਪਸ਼ਨ ਹੈ ਐਕਟਿਵ ਮੈਂਬਰਸ, D ਆਪਸ਼ਨ ਹੈ ਆਲ ਆਫ ਦ ਅਬਵ, ਯਾਨੀ ਕਿ ਆਲ ਆਫ ਦੀਜ਼। ਤਾਂ ਕੀ ਰਾਈਟ ਆਂਸਰ ਹੋਵੇਗਾ ਜੀ? ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ D ਆਪਸ਼ਨ। ਇਹ ਸਾਰੇ ਹੀ ਪੋਲੀਟੀਕਲ ਪਾਰਟੀ ਦੇ ਮੇਨ ਕੰਪੋਨੈਂਟ ਹੁੰਦੇ ਹਨ, ਹਿੱਸਾ ਹੁੰਦੇ ਹਨ, ਠੀਕ ਹੈ ਜੀ, ਲੀਡਰਸ, ਫੋਲੋਵਰਸ ਅਤੇ ਐਕਟਿਵ ਮੈਂਬਰਸ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦੀਜ਼ ਇਜ਼ ਦਾ ਫੰਕਸ਼ਨ ਆਫ ਪੋਲੀਟੀਕਲ ਪਾਰਟੀਜ਼। ਇਹਨਾਂ ਵਿੱਚੋਂ ਕਿਹੜਾ ਪੋਲੀਟੀਕਲ ਪਾਰਟੀ ਦਾ ਕੰਮ ਹੁੰਦਾ ਹੈ ਜੀ, ਜੋ ਕਿਹੜਾ ਕੰਮ ਹੁੰਦਾ, ਕਿਹੜਾ ਫੰਕਸ਼ਨ ਹੁੰਦਾ ਹੈ ਇਹਨਾਂ ਵਿੱਚੋਂ? A ਆਪਸ਼ਨ ਹੈ ਟੂ ਕੰਟੈਸਟ ਇਲੈਕਸ਼ਨ ਕਰਵਾਉਣੇ, B ਆਪਸ਼ਨ ਟੂ ਫਾਰਮ ਪਬਲਿਕ ਓਪੀਨੀਅਨ, C ਆਪਸ਼ਨ ਟੂ ਫਾਰਮ ਐਂਡ ਰਨ ਗਵਰਨਮੈਂਟ, D ਆਪਸ਼ਨ ਆਲ ਆਫ ਦੀਜ਼। ਤਾਂ ਕੀ ਰਾਈਟ ਆਂਸਰ ਹੋਵੇਗਾ ਜੀ? ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ D ਆਪਸ਼ਨ, ਆਲ ਆਫ ਦੀਜ਼, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਵਿਚ ਆਫ ਦੀਜ਼ ਪੋਲੀਟੀਕਲ ਪਾਰਟੀ ਰਨਸ ਦ ਗਵਰਨਮੈਂਟ। ਇਹਨਾਂ ਵਿੱਚੋਂ ਕਿਹੜੀ ਪਾਰਟੀ ਹੁੰਦੀ ਹੈ ਜਿਹੜੀ ਕਿ ਗਵਰਨਮੈਂਟ ਨੂੰ ਚਲਾਉਂਦੀ ਹੈ? ਤਾਂ A ਆਪਸ਼ਨ ਹੈ ਜੀ ਰੂਲਿੰਗ ਪਾਰਟੀ, B ਆਪਸ਼ਨ ਹੈ ਇੰਟਰਸਟ ਗਰੁੱਪ, C ਆਪਸ਼ਨ ਹੈ ਓਪੋਜੀਸ਼ਨ ਪਾਰਟੀ, D ਆਪਸ਼ਨ ਹੈ ਫੰਕਸ਼ਨਲ ਗਰੁੱਪ। ਤਾਂ ਕਿਹੜੀ ਹੈ ਜੀ? ਤਾਂ ਇਹਦਾ ਰਾਈਟ ਆਂਸਰ ਕੀ ਹੋਵੇਗਾ? ਇਸ ਦਾ ਰਾਈਟ ਆਂਸਰ ਹੋਵੇਗਾ ਜੀ A ਆਪਸ਼ਨ, ਰੂਲਿੰਗ ਪਾਰਟੀ। ਜਿਹੜੀ ਪਾਰਟੀ ਰੂਲ ਕਰ ਰਹੀ ਹੁੰਦੀ ਹੈ ਉਹ ਗਵਰਨਮੈਂਟ ਨੂੰ ਚਲਾਉਂਦੀ ਹੈ। ਨੈਕਸਟ ਕੁਐਸਚਨ ਹੈ ਜੀ, ਸਿਸਟਮ ਵਿਦ ਵਨ ਪਾਰਟੀ ਇਜ਼ ਨੋਨ ਐਜ਼ ਵਟ। ਵਨ ਪਾਰਟੀ ਵਾਲਾ ਸਿਸਟਮ ਨੂੰ ਕੀ ਕਿਹਾ ਜਾਂਦਾ ਹੈ ਜੀ? ਜਿਸ ਦੇਸ਼ ਵਿੱਚ ਇੱਕ ਪਾਰਟੀ ਹੁੰਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਕਿਹੜੀ ਪਾਰਟੀ ਹੁੰਦੀ ਹੈ, ਕੀ ਸਿਸਟਮ ਹੁੰਦਾ ਹੈ ਉਹ? A ਆਪਸ਼ਨ ਹੈ ਯੂਨੀ ਪਾਰਟੀ ਸਿਸਟਮ, B ਆਪਸ਼ਨ ਹੈ ਮਲਟੀ ਪਾਰਟੀ ਸਿਸਟਮ, C ਆਪਸ਼ਨ ਹੈ ਬਾਈ ਪਾਰਟੀ ਸਿਸਟਮ, D ਆਪਸ਼ਨ ਹੈ ਨਨ ਆਫ ਦੀਜ਼। ਤਾਂ ਸਿੰਗਲ ਪਾਰਟੀ ਹੋਵੇ ਜੀ, ਉਸ ਸਿਸਟਮ ਨੂੰ ਕੀ ਕਿਹਾ ਜਾਂਦਾ ਹੈ? ਤਾਂ ਰਾਈਟ ਆਂਸਰ ਹੋਵੇਗਾ ਜੀ A ਆਪਸ਼ਨ, ਯੂਨੀ ਪਾਰਟੀ ਸਿਸਟਮ। ਵਨ ਪਾਰਟੀ ਵਾਲੇ ਸਿਸਟਮ ਨੂੰ ਯੂਨੀ ਪਾਰਟੀ ਸਿਸਟਮ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਸਿਸਟਮ ਆਫ ਟੂ ਪਾਰਟੀਜ਼ ਇਜ਼ ਨੋਨ ਐਜ਼ ਵਟ। ਤਾਂ ਜੇਕਰ ਦੋ ਪਾਰਟੀਜ਼ ਨੇ ਜੀ, ਉਸ ਦੇ ਸਿਸਟਮ ਨੂੰ ਕੀ ਕਿਹਾ ਜਾਂਦਾ ਹੈ? ਦੋ ਪਾਰਟੀ ਦੇ ਸਿਸਟਮ ਨੂੰ? ਤਾਂ A ਆਪਸ਼ਨ ਹੈ ਜੀ ਯੂਨੀ ਪਾਰਟੀ ਸਿਸਟਮ, B ਆਪਸ਼ਨ ਹੈ ਮਲਟੀ ਪਾਰਟੀ ਸਿਸਟਮ, C ਆਪਸ਼ਨ ਹੈ ਬਾਈ ਪਾਰਟੀ ਸਿਸਟਮ, D ਆਪਸ਼ਨ ਨਨ ਆਫ ਦੀਜ਼। ਤਾਂ ਉਸਨੂੰ ਕੀ ਕਿਹਾ ਜਾਵੇਗਾ ਜੀ ਜਿੱਥੇ ਦੋ ਪਾਰਟੀਜ਼ ਹੁੰਦੀਆਂ ਹਨ? ਤਾਂ ਉਹ ਸਿਸਟਮ ਹੋਵੇਗਾ ਜੀ, ਇਸਦਾ ਰਾਈਟ ਆਂਸਰ ਹੋਵੇਗਾ C ਆਪਸ਼ਨ, ਬਾਈ ਪਾਰਟੀ ਸਿਸਟਮ, ਠੀਕ ਹੈ ਜੀ। ਜਿੱਥੇ ਦੋ ਪਾਰਟੀਜ਼ ਹੋਣ ਉਸ ਨੂੰ ਬਾਈ ਪਾਰਟੀ ਸਿਸਟਮ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਸਿਸਟਮ ਆਫ ਮੈਨੀ ਪਾਰਟੀਜ਼ ਇਜ਼ ਨੋਨ ਐਜ਼ ਵਟ। ਜਿਸ ਦੇਸ਼ ਵਿੱਚ ਬਹੁਤ ਸਾਰੀ ਪਾਰਟੀਜ਼ ਹੁੰਦੀਆਂ ਨੇ ਉਸ ਦੇ ਸਿਸਟਮ ਨੂੰ ਕੀ ਕਿਹਾ ਜਾਂਦਾ ਹੈ ਜੀ ਜਿੱਥੇ ਬਹੁਤ ਸਾਰੀ ਪਾਰਟੀਜ਼ ਹੁੰਦੀਆਂ ਹਨ? ਤਾਂ A ਆਪਸ਼ਨ ਹੈ ਜੀ ਯੂਨੀ ਪਾਰਟੀ ਸਿਸਟਮ, B ਆਪਸ਼ਨ ਹੈ ਮਲਟੀ ਪਾਰਟੀ ਸਿਸਟਮ, C ਆਪਸ਼ਨ ਹੈ ਬਾਈ ਪਾਰਟੀ ਸਿਸਟਮ, D ਆਪਸ਼ਨ ਹੈ ਨਨ ਆਫ ਦੀਜ਼। ਤਾਂ ਕੀ ਹੋਵੇਗਾ ਜੀ ਰਾਈਟ ਆਂਸਰ? ਜਿੱਥੇ ਬਹੁਤ ਸਾਰੀ ਪਾਰਟੀਜ਼ ਹੋਣ ਉਸ ਦੇ ਸਿਸਟਮ ਨੂੰ ਕੀ ਕਹਿੰਦੇ ਨੇ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ, ਮਲਟੀ ਪਾਰਟੀ ਸਿਸਟਮ, ਠੀਕ ਹੈ ਜੀ। ਉਸ ਸਿਸਟਮ ਨੂੰ ਮਲਟੀ ਪਾਰਟੀ ਸਿਸਟਮ ਕਿਹਾ ਜਾਂਦਾ ਹੈ ਜਿੱਥੇ ਕਿਸੇ ਦੇਸ਼ ਵਿੱਚ ਬਹੁਤ ਸਾਰੀ ਪਾਰਟੀਜ਼ ਹੋਣ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦੀਜ਼ ਕੰਟਰੀਜ਼ ਹੈਜ਼ ਯੂਨੀ ਪਾਰਟੀ ਸਿਸਟਮ। ਇਹਨਾਂ ਵਿੱਚੋਂ ਕਿਹੜੀ ਕੰਟਰੀ ਹੈ ਜੀ ਜਿੱਥੇ ਯੂਨੀ ਪਾਰਟੀ ਸਿਸਟਮ ਹੈ, ਯਾਨੀ ਕਿ ਇੱਕ ਪਾਰਟੀ ਸਿਸਟਮ ਹੈ, ਸਿੰਗਲ ਪਾਰਟੀ ਸਿਸਟਮ ਹੈ, ਜਿੱਥੇ ਇੱਕ ਹੀ ਪਾਰਟੀ ਹੈ? ਤਾਂ ਕਿਹੜੀ ਹੈ ਜੀ ਇਹਨਾਂ ਵਿੱਚੋਂ ਕੰਟਰੀ? ਤਾਂ A ਆਪਸ਼ਨ ਹੈ ਜੀ ਚਾਈਨਾ, B ਆਪਸ਼ਨ ਹੈ ਨਾਰਥ ਕੋਰੀਆ, C ਆਪਸ਼ਨ ਹੈ ਕਿਊਬਾ, D ਆਪਸ਼ਨ ਹੈ ਆਲ ਆਫ ਦੀਜ਼। ਤਾਂ ਕਿਹੜੀ ਕੰਟਰੀ ਹੈ ਜੀ ਜਿੱਥੇ ਸਿੰਗਲ ਪਾਰਟੀ ਹੈ ਸਿਰਫ? ਤਾਂ ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ, ਆਲ ਆਫ ਦੀਜ਼, ਠੀਕ ਹੈ ਜੀ। ਚਾਈਨਾ, ਨਾਰਥ ਕੋਰੀਆ ਅਤੇ ਕਿਊਬਾ ਤਿੰਨਾਂ ਵਿੱਚ ਹੀ ਜਿਹੜੀ ਹੈ ਯੂਨੀ ਪਾਰਟੀ ਸਿਸਟਮ ਪਾਈ ਜਾਂਦੀ ਹੈ, ਠੀਕ ਹੈ ਜੀ। ਸਿੰਗਲ ਪਾਰਟੀ ਸਿਸਟਮ ਹੈ ਇਹਨਾਂ ਵਿੱਚ। ਨੈਕਸਟ ਕੁਐਸਚਨ ਹੈ ਜੀ,
ਵਿਚ ਆਫ ਥੀਸ ਕੰਟਰੀਜ਼ ਹੈਜ਼ ਬਾਈ ਪਾਰਟੀ ਸਿਸਟਮ। ਤਾਂ ਇਹਨਾਂ ਵਿੱਚੋਂ ਕਿਹੜੀ ਕੰਟਰੀ ਹੈ ਜਿੱਥੇ ਡਬਲ ਪਾਰਟੀ ਸਿਸਟਮ ਪਾਇਆ ਜਾਂਦਾ ਹੈ, ਮਤਲਬ ਬਾਈ ਪਾਰਟੀ ਸਿਸਟਮ ਹੈ ਜੀ, ਜਿੱਥੇ ਦੋ ਪਾਰਟੀਆਂ ਹੁੰਦੀਆਂ ਨੇ। ਤਾਂ ਇਹ ਆਪਸ਼ਨ ਹੈ ਜੀ ਇੰਡੀਆ, ਬੀ ਆਪਸ਼ਨ ਹੈ ਇੰਗਲੈਂਡ, ਸੀ ਆਪਸ਼ਨ ਹੈ ਫਰਾਂਸ, ਡੀ ਆਪਸ਼ਨ ਹੈ ਪਾਕਿਸਤਾਨ। ਤਾਂ ਕਿਹੜੀ ਕੰਟਰੀ ਹੈ ਜੀ ਜਿੱਥੇ ਬਾਈ ਪਾਰਟੀ ਸਿਸਟਮ ਹੈ, ਡਬਲ ਪਾਰਟੀ ਸਿਸਟਮ ਹੈ, ਟੂ ਪਾਰਟੀ ਸਿਸਟਮ ਹੈ, ਠੀਕ ਹੈ ਜੀ। ਤਾਂ ਇਸਦਾ ਰਾਈਟ ਆਂਸਰ ਹੋਵੇਗਾ ਜੀ, ਉਹ ਹੋਵੇਗਾ ਬੀ ਆਪਸ਼ਨ ਇੰਗਲੈਂਡ, ਠੀਕ ਹੈ ਜੀ। ਇੰਗਲੈਂਡ ਦੇ ਵਿੱਚ ਜਿਹੜਾ ਹੈ ਬਾਈ ਪਾਰਟੀ ਸਿਸਟਮ ਹੁੰਦਾ ਹੈ, ਠੀਕ ਹੈ ਜੀ, ਟੂ ਪਾਰਟੀ ਸਿਸਟਮ ਹੈ ਉੱਥੇ ਸਿਸਟਮ। ਨੈਕਸਟ ਕੁਐਸਚਨ ਹੈ ਜੀ, ਹਾਊ ਮੈਨੀ ਪਾਰਟੀਜ਼ ਆਰ ਰਜਿਸਟਰਡ ਵਿਦ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਕਿੰਨੀਆਂ ਪਾਰਟੀਜ਼ ਨੇ ਜਿਹੜੀਆਂ ਕਿ ਰਜਿਸਟਰਡ ਹਨ, ਰਿਕਗਨਾਈਜ਼ਡ ਹਨ। ਤਾਂ ਏ ਆਪਸ਼ਨ ਹੈ ਜੀ 2599, ਬੀ ਆਪਸ਼ਨ ਹੈ 2538, ਸੀ ਆਪਸ਼ਨ ਹੈ 2450, ਡੀ ਆਪਸ਼ਨ ਹੈ 2660। ਤਾਂ ਕਿੰਨੀ ਪਾਰਟੀਜ਼ ਹਨ ਜੀ ਜਿਹੜੀਆਂ ਰਜਿਸਟਰਡ ਹਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ। ਤਾਂ ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ 2599, 2599, ਠੀਕ ਹੈ ਜੀ, 2599 ਯਾਨੀ ਕਿ ਜਿਹੜੀ ਪਾਰਟੀਜ਼ ਹਨ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਰਜਿਸਟਰਡ ਹਨ। ਨੈਕਸਟ ਕੁਐਸਚਨ ਹੈ ਜੀ, ਵਟ ਇਜ਼ ਮੈਂਟ ਬਾਈ ਵਨ ਪਾਰਟੀ ਸਿਸਟਮ। ਵਨ ਪਾਰਟੀ ਸਿਸਟਮ ਕੀ ਹੁੰਦਾ ਹੈ ਜੀ। ਏ ਆਪਸ਼ਨ ਹੈ ਵਨ ਸਿੰਗਲ ਪਾਰਟੀ ਰਨਸ ਦ ਗਵਰਨਮੈਂਟ, ਬੀ ਆਪਸ਼ਨ ਹੈ ਵਨ ਸਿੰਗਲ ਪਰਸਨ ਰਨਸ ਦ ਪਾਰਟੀਜ਼, ਸੀ ਆਪਸ਼ਨ ਹੈ ਵੈਨ ਦ ਕਿੰਗ ਰੂਲਸ ਦ ਕੰਟਰੀ, ਡੀ ਆਪਸ਼ਨ ਹੈ ਵਨ ਪਾਰਟੀ ਇਜ਼ ਅਲਾਉਡ ਟੂ ਕੰਟੈਸਟ ਇਲੈਕਸ਼ਨ। ਤਾਂ ਕੀ ਹੋਵੇਗਾ ਜੀ ਇਸ ਦਾ ਰਾਈਟ ਆਂਸਰ, ਵਨ ਪਾਰਟੀ ਸਿਸਟਮ ਕੀ ਹੁੰਦਾ ਹੈ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ ਵਨ ਸਿੰਗਲ ਪਾਰਟੀ ਰਨਸ ਦ ਗਵਰਨਮੈਂਟ, ਯਾਨੀ ਕਿ ਇੱਕ ਸਿੰਗਲ ਪਾਰਟੀ ਹੁੰਦੀ ਹੈ ਜਿਹੜੀ ਕਿ ਗਵਰਨਮੈਂਟ ਨੂੰ ਚਲਾਉਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਵਨ ਪਾਰਟੀ ਸਿਸਟਮ, ਠੀਕ ਹੈ ਜੀ, ਜਿਹੜੀ ਕਿ ਇੱਕੋ ਹੀ ਪਾਰਟੀ ਚਲਾਉਂਦੀ ਹੈ ਗਵਰਨਮੈਂਟ ਨੂੰ। ਨੈਕਸਟ ਕੁਐਸਚਨ ਹੈ ਜੀ, ਵਟ ਇਜ਼ ਮੈਂਟ ਬਾਈ ਟੂ ਪਾਰਟੀ ਸਿਸਟਮ। ਤਾਂ ਹੁਣ ਟੂ ਪਾਰਟੀ ਸਿਸਟਮ ਕੀ ਹੁੰਦਾ ਹੈ ਜੀ। ਤਾਂ ਇਹ ਤਾਂ ਬਹੁਤ ਈਜ਼ੀ ਹੈ, ਤੁਹਾਨੂੰ ਪਤਾ ਹੋਏਗਾ। ਏ ਆਪਸ਼ਨ ਟੂ ਪਾਰਟੀਜ਼ ਰਨ ਦ ਗਵਰਨਮੈਂਟ, ਬੀ ਆਪਸ਼ਨ ਟੂ ਮੈਂਬਰਸ ਰਨ ਅ ਪਾਰਟੀ, ਸੀ ਆਪਸ਼ਨ ਟੂ ਪਾਰਟੀਜ਼ ਰਨ ਦ ਗਵਰਨਮੈਂਟ ਵਨ ਬਾਈ ਵਨ, ਡੀ ਆਪਸ਼ਨ ਟੂ ਪਾਰਟੀਜ਼ ਕੰਟੈਸਟ ਇਲੈਕਸ਼ਨ। ਤਾਂ ਕੀ ਹੋਏਗਾ ਜੀ ਇਸ ਦਾ ਰਾਈਟ ਆਂਸਰ, ਇਸ ਦਾ ਰਾਈਟ ਆਂਸਰ ਹੋਵੇਗਾ ਏ ਆਪਸ਼ਨ ਟੂ ਪਾਰਟੀਜ਼ ਰਨ ਦ ਗਵਰਨਮੈਂਟ, ਯਾਨੀ ਕਿ ਦੋ ਜਿਹੜੀ ਪਾਰਟੀਜ਼ ਹਨ ਉਹ ਮਿਲ ਕੇ ਉਹ ਗਵਰਨਮੈਂਟ ਨੂੰ ਚਲਾਉਂਦੀਆਂ ਹਨ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਵਟ ਸਿਸਟਮ ਆਫ ਗਵਰਨਮੈਂਟ ਡਜ਼ ਇੰਡੀਆ ਹੈਵ। ਇੰਡੀਆ ਦੇ ਵਿੱਚ ਯਾਨੀ ਆਪਣੇ ਦੇਸ਼ ਵਿੱਚ, ਆਪਣੇ ਭਾਰਤ ਵਿੱਚ ਕਿਸ ਤਰ੍ਹਾਂ ਦੀ ਗਵਰਨਮੈਂਟ ਹੈ, ਕਿਸ ਤਰ੍ਹਾਂ ਦਾ ਗਵਰਨਮੈਂਟ ਦਾ ਸਿਸਟਮ ਹੈ। ਤਾਂ ਇਹ ਆਪਸ਼ਨ ਹੈ ਜੀ ਵਨ ਪਾਰਟੀ ਸਿਸਟਮ, ਬੀ ਆਪਸ਼ਨ ਹੈ ਟੂ ਪਾਰਟੀ ਸਿਸਟਮ, ਸੀ ਆਪਸ਼ਨ ਹੈ ਮਲਟੀ ਪਾਰਟੀ ਸਿਸਟਮ, ਡੀ ਆਪਸ਼ਨ ਹੈ ਨਨ ਆਫ ਦ ਐਬਵ। ਤਾਂ ਕਿਹੜਾ ਸਿਸਟਮ ਹੈ ਜੀ ਆਪਣੇ ਇੰਡੀਆ ਦੇ ਵਿੱਚ, ਕਿਹੜੀ ਪਾਰਟੀ ਸਿਸਟਮ ਹੈ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਮਲਟੀ ਪਾਰਟੀ ਸਿਸਟਮ, ਯਾਨੀ ਕਿ ਇੱਥੇ ਬਹੁਤ ਸਾਰੀ ਪਾਰਟੀਜ਼ ਹਨ ਇੰਡੀਆ ਦੇ ਵਿੱਚ, ਠੀਕ ਹੈ ਜੀ, ਜਿਹੜੀਆਂ ਕਿ ਗਵਰਨਮੈਂਟ ਦੇ ਵਿੱਚ ਗਵਰਨਮੈਂਟ ਨੂੰ ਚਲਾਉਣ ਦੀ ਕਿਰਿਆ ਕਰਦੀਆਂ ਹਨ, ਠੀਕ ਹੈ ਜੀ, ਗਵਰਨਮੈਂਟ ਨੂੰ ਚਲਾਉਂਦੀਆਂ ਹਨ। ਨੈਕਸਟ ਕੁਐਸਚਨ ਹੈ ਜੀ, ਵਟ ਇਜ਼ ਐਨ ਐਲੀਅੰਸ। ਐਲੀਅੰਸ ਕੀ ਹੁੰਦਾ ਹੈ। ਤਾਂ ਅਲਾਇੰਸ ਹੁੰਦਾ ਹੈ ਜੀ, ਇਸ ਨੂੰ ਪੰਜਾਬੀ ਵਿੱਚ ਗੱਠਜੋੜ ਕਿਹਾ ਜਾਂਦਾ ਹੈ ਜਾਂ ਗਠਬੰਧਨ ਕਿਹਾ ਜਾਂਦਾ ਹੈ, ਜਦੋਂ ਇੱਕ ਜਾਂ ਦੋ ਪਾਰਟੀ ਮਿਲ ਕੇ ਜਿੱਤਦੀਆਂ ਹਨ, ਬਹੁਮਤ ਹਾਸਲ ਕਰਦੀਆਂ ਹਨ, ਉਸ ਨੂੰ ਕਿਹਾ ਜਾਂਦਾ ਹੈ। ਤਾਂ ਇਹ ਆਪਸ਼ਨ ਹੈ ਜੀ ਵਨ ਪਾਰਟੀ ਕੰਟੈਸਟ ਇਲੈਕਸ਼ਨ, ਬੀ ਆਪਸ਼ਨ ਹੈ ਸੈਵਰਲ ਪਾਰਟੀਜ਼ ਜੁਆਇਨ ਹੈਂਡਸ ਫॉर ਕੰਟੈਸਟਿੰਗ ਇਲੈਕਸ਼ਨਸ, ਸੀ ਆਪਸ਼ਨ ਹੈ ਟੂ ਪਾਰਟੀਜ਼ ਕੰਟੈਸਟ ਇਲੈਕਸ਼ਨਸ, ਡੀ ਆਪਸ਼ਨ ਹੈ ਨਨ ਆਫ ਦ ਐਬਵ। ਆਂਸਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅਲਾਇੰਸ ਦਾ ਮਤਲਬ ਕੀ ਹੁੰਦਾ ਹੈ। ਤਾਂ ਇਸ ਦਾ ਰਾਈਟ ਆਂਸਰ ਹੋਵੇਗਾ ਜੀ ਬੀ ਆਪਸ਼ਨ ਸੈਵਰਲ ਪਾਰਟੀਜ਼ ਜੁਆਇਨ ਹੈਂਡਸ ਫॉर ਕੰਟੈਸਟਿੰਗ ਇਲੈਕਸ਼ਨ, ਜਦੋਂ ਬਹੁਤ ਸਾਰੀ ਪਾਰਟੀਜ਼ ਆਪਸ ਵਿੱਚ ਮਿਲ ਜਾਂਦੀਆਂ ਹਨ ਇਲੈਕਸ਼ਨ ਕੰਟੈਸਟ ਕਰਨ ਲਈ, ਠੀਕ ਹੈ ਜੀ, ਲੜਨ ਲਈ। ਨੈਕਸਟ ਕੁਐਸਚਨ ਹੈ ਜੀ, ਵਟ ਆਰ ਨੈਸ਼ਨਲ ਪਾਰਟੀਜ਼। ਰਾਸ਼ਟਰੀ ਪਾਰਟੀਜ਼ ਕੀ ਹੁੰਦੀਆਂ ਹਨ, ਨੈਸ਼ਨਲ ਪਾਰਟੀਜ਼ ਕੀ ਹੁੰਦੀਆਂ ਹਨ। ਤਾਂ ਇਹ ਆਪਸ਼ਨ ਹੈ ਜੀ ਪਾਰਟੀਜ਼ ਵਿਚ ਹੈਵ ਯੂਨਿਟਸ ਇਨ ਵੇਰੀਅਸ ਸਟੇਟਸ, ਬੀ ਆਪਸ਼ਨ ਹੈ ਪਾਰਟੀਜ਼ ਵਿਚ ਹੈਵ ਨੋ ਯੂਨਿਟਸ, ਸੀ ਆਪਸ਼ਨ ਹੈ ਪਾਰਟੀਜ਼ ਵਿਚ ਹੈਵ ਯੂਨਿਟਸ ਇਨ ਟੂ ਸਟੇਟਸ, ਡੀ ਆਪਸ਼ਨ ਹੈ ਪਾਰਟੀਜ਼ ਵਿਚ ਹੈਵ ਯੂਨਿਟਸ ਇਨ ਆਲ ਸਟੇਟਸ। ਕੀ ਹੁੰਦੀ ਹੈ ਜੀ ਨੈਸ਼ਨਲ ਪਾਰਟੀਜ਼ ਕੀ ਹੁੰਦੀਆਂ ਹਨ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ ਪਾਰਟੀਜ਼ ਵਿਚ ਹੈਵ ਯੂਨਿਟਸ ਇਨ ਵੇਰੀਅਸ ਸਟੇਟਸ। ਉਹ ਪਾਰਟੀਜ਼ ਜਿਨ੍ਹਾਂ ਦੇ ਅਲੱਗ-ਅਲੱਗ ਰਾਜਾਂ ਵਿੱਚ ਆਪਣੇ ਆਪਣੇ ਯੂਨਿਟਸ ਹੁੰਦੀਆਂ ਹਨ,
ਉਸ ਨੂੰ ਨੈਸ਼ਨਲ ਪਾਰਟੀਜ਼ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਫਰੈਂਡਸ, ਇਹ 6 ਇੰਪੋਰਟੈਂਟ ਕੁਐਸਚਨਸ ਹਨ ਜੋ ਕਿ SST ਦੇ ਮਾਸਟਰ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ। ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ। ਤੇ ਜੇਕਰ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮੈਂ ਤੁਹਾਨੂੰ ਕੁਐਸਚਨਸ ਪ੍ਰੋਵਾਈਡ ਕਰਦਾ ਰਹਾਂਗਾ ਐਗਜ਼ਾਮ ਦੇ ਲਈ। ਠੀਕ ਹੈ ਜੀ। ਤਾਂ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕੁਝ ਹੋਰ ਕੁਐਸਚਨਸ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।